ਅੱਸੂ ਦੀ ਸਕਰਾਂਤ ਦਾ ਦਿਨ ਹੈ। 12ਵਾਂ ਮਾਝ ਦੀ ਪਵਿੱਤਰ ਪਾਵਨ ਬਾਣੀ ਚੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਉਪਦੇਸ਼ ਅੱਸੂ ਦੇ ਮਹੀਨੇ ਦੁਆਰਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਅੱਸੂ ਤੇ ਕੱਤਕ ਦਾ ਇਹ ਮਹੀਨਾ ਪਾਵਸ ਰੁੱਤ ਤੋਂ ਬਾਅਦ, ਵਰਖਾ ਦੀ ਰੁੱਤ ਤੋਂ ਬਾਅਦ ਸਰਦ ਰੁੱਤ ਦਾ ਮੰਨਿਆ ਜਾਂਦਾ ਹੈ। 2 ਮਹੀਨੇ ਆਓ ਪੰਚਮ ਪਾਤਸ਼ਾਹ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤਮਈ ਬਚਨ ਰਲ ਮਿਲ ਕੇ ਵਿਚਾਰੀਏ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਓ ਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਏ। ਅੱਸੂ ਦੇ ਮਹੀਨੇ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਆ। ਮਹਾਂਪੁਰਸ਼ ਏਦਾਂ ਵੀ ਅਰਥ ਕਰਦੇ ਆ ਸੁਣ, ਹੇ ਭਾਈ ਆ ਸੁਣ। ਆਪਾਂ ਅੱਸੂ ਕਹਿ ਦਿੰਦੇ ਆ, ਮਹਾਰਾਜ ਜੀ ਨੇ ਅਸੁਨ ਸ਼ਬਦ ਵਰਤਿਆ। ਅਸੁਨ ਬਹੁਤ ਸਾਰੇ ਸ਼ਬਦ ਸਾਡੇ ਬੋਲ ਚਾਲ ਦੇ ਮੁਤਾਬਕ ਤਬਦੀਲ ਹੋ ਜਾਂਦੇ ਨੇ। ਪੋਖ ਕਹਿੰਦੇ ਆ ਮਹਾਰਾਜ ਜੀ, ਪੋਖ ਕਹਿੰਦੇ, ਆਪਾਂ ਪੋਹ ਕਹਿ ਦਿੰਦੇ। ਸਤਿਗੁਰੂ ਜੀ ਨੇ ਮਾਘ ਲਿਖਿਆ, ਆਪਾਂ ਮਾਂ ਕਹਿ ਦਿੰਦੇ ਆ। ਏਦਾਂ ਸ਼ਬਦ ਬੋਲ ਬਾਣੀ ਦੇ ਵਿੱਚ ਜਿਹੜੇ ਨੇ ਉਹ ਤਬਦੀਲ ਹੋ ਜਾਂਦੇ। ਅਸੁਨ ਸ਼ਬਦ ਆਪਾਂ ਅੱਸੂ ਕਹਿ ਦਿੰਦੇ ਆ, ਕਿਉਂਕਿ ਮਹਾਰਾਜ ਜੀ ਨੇ ਅੱਗੇ ਅੱਸੂ ਸ਼ਬਦ ਵੀ ਵਰਤੇ। ਅਸੁਨ ਵੀ ਹੈ ਤੇ ਅੱਸੂ ਵੀ ਹੈ। ਅਸੁਨ ਦਾ ਅਰਥ ਏਦਾਂ ਮਹਾਂਪੁਰਸ਼ ਕਰਦੇ ਆ ਸੁਣ, ਆ ਕੇ ਸੁਣ ਬਈ, ਇਸ ਗੱਲ ਨੂੰ ਧਿਆਨ ਨਾਲ ਸੁਣ। ਪ੍ਰੇਮ ਉਮਾਹੜਾ ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੇਮ ਦਾ ਉਮਾ ਪੈਦਾ ਹੁੰਦਾ। ਉਮਾਹੜਾ, ਉਮਾ ਕੀ ਹੁੰਦਾ ਹੈ? ਇੱਕ ਪ੍ਰਕਾਰ ਦਾ ਉਛਾਲ ਹੈ। ਜਿਵੇਂ ਸਮੁੰਦਰ ਦੇ ਪਾਣੀ ਦੇ ਵਿੱਚ ਚੰਦਰਮਾ ਨੂੰ ਵੇਖ ਕੇ ਜਵਾਰ ਭਾਟਾ ਆਉਂਦਾ ਨਾ, ਤਾਂ ਉਛਲਦਾ ਉਹ ਉਮਾ ਹੈ, ਉਫਾਨ ਤੇ ਆਉਣਾ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦਾ ਪ੍ਰੇਮ ਹਿਰਦੇ ਵਿੱਚ ਹੋਵੇ ਤੇ ਪ੍ਰੇਮ 'ਚ ਹਿਰਦੇ 'ਚ ਉਮਾ ਪੈਦਾ ਹੁੰਦਾ, ਉਹਨੂੰ ਆਪਾਂ ਉਤਾਵਲਾਪਨ ਵੀ ਕਹਿ ਸਕਦੇ ਹਾਂ। ਉਮਕਿਓ ਹੀਓ ਮਿਲਨ ਪ੍ਰਭ ਤਾਈ। ਉਮਕਣਾ, ਉਤਾਵਲੇ ਹੋਣਾ। ਕਹਿੰਦੇ ਨੇ ਵੀ ਇਹ ਭਾਈ ਕਿਵੇਂ ਉਤਾਵਲਾ ਹੋਇਆ ਫਿਰਦਾ। ਤੋ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ ਦਾ ਪ੍ਰੇਮ ਜਦੋਂ ਹਿਰਦੇ 'ਚ ਹੁੰਦਾ ਹੈ, ਉਸ ਪ੍ਰੇਮ ਨਾਲ ਹਿਰਦੇ 'ਚ ਉਮਾ ਪੈਦਾ ਹੁੰਦਾ ਹੈ, ਉਤਸ਼ਾਹ ਪੈਦਾ ਹੁੰਦਾ ਹੈ, ਉਤਾਵਲਾਪਨ ਪੈਦਾ ਹੁੰਦਾ ਹੈ ਕਿ ਕਿਵੇਂ ਕਰਕੇ ਅਸੀਂ ਆਪਣੇ ਹਰੀ ਨੂੰ ਜਾ ਕੇ ਮਿਲੀਏ। ਕਿਉਂ ਮਿਲੀਏ ਹਰ ਜਾਏ। ਕਿਵੇਂ ਕਰੀਏ, ਐਸਾ ਕੀ ਕਰੀਏ ਕਿ ਆਪਣੇ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਜਾ ਕੇ ਮਿਲੀਏ। ਇਹ ਉਮਾ ਕਹਿੰਦੇ ਅੱਸੂ ਦੇ ਮਹੀਨੇ ਵਿੱਚ ਜਗਿਆਸੂਆਂ ਦੇ ਹਿਰਦੇ 'ਚ ਉਤਪੰਨ ਹੁੰਦਾ। ਕਿਵੇਂ ਮਿਲ ਕੇ ਜਾਈਏ, ਕਿਵੇਂ ਮਿਲੀਏ ਚੱਲ ਕੇ। ਉਮਾ ਹੋਵੇ ਤਾਂ ਮਿਲਣ ਦੀ ਤਾਂਘ ਪੈਦਾ ਹੁੰਦੀ। ਪ੍ਰੇਮ ਨਹੀਂ ਤਾਂ ਮਿਲਣ ਦੀ ਇੱਛਾ ਵੀ ਨਹੀਂ। ਜਿਸ ਪ੍ਰਤੀ ਪ੍ਰੇਮ ਹੋਵੇ ਉਹਨੂੰ ਦੇਖਣ ਦੀ ਇੱਛਾ ਬਣੀ ਰਹਿੰਦੀ ਹੈ। ਕਿਸੇ ਸੱਜਣ ਨਾਲ, ਕਿਸੇ ਮਿੱਤਰ ਨਾਲ, ਸੰਬੰਧੀ ਨਾਲ ਪ੍ਰੇਮ ਹੋਵੇ, ਆਪਾਂ ਕਹਿੰਦੇ ਆ ਸੱਜਣਾ ਕਦੇ ਮਿਲ ਹੀ ਜਾ, ਫੋਨ ਕਰਕੇ। ਮਿਲਣ ਦੀ ਤਾਂਘ ਹੁੰਦੀ ਹੈ ਨਾ। ਜਿਸ ਨਾਲ ਪ੍ਰੇਮ ਹੈ ਉਹਨੂੰ ਮਿਲਣ ਦੀ ਤਾਂਘ ਆ। ਜਿਹਦੇ ਨਾਲ ਪ੍ਰੇਮ ਨਹੀਂ, ਉਹ ਕੋਲੋਂ ਵੀ ਲੰਘਦਾ ਹੋਵੇ, ਆਪਾਂ ਅੱਖਾਂ ਫੇਰ ਲੈਨੇ, ਮਿਲਣਾ ਹੀ ਨਹੀਂ ਚਾਹੁੰਦੇ ਉਹਨੂੰ। ਤੋ ਜਦੋਂ ਸਾਹਿਬ ਨਾਲ ਪ੍ਰੇਮ ਪੈਦਾ ਹੁੰਦਾ ਜਗਿਆਸੂ ਦੇ ਹਿਰਦੇ ਵਿੱਚ, ਤਾਂ ਫਿਰ ਉਹਦੇ ਅੰਦਰ ਇਹ ਤਾਂਘ ਪੈਦਾ ਹੁੰਦੀ, ਵਾਹਿਗੁਰੂ ਜੀ ਨੂੰ ਚੱਲ ਕੇ ਮਿਲੀਏ। ਕਿਵੇਂ ਮਿਲੀਏ, ਉਹ ਤਰੀਕਾ ਅਪਣਾਈਏ। ਭਾਈ ਸੁਥਰੇ ਸ਼ਾਹ ਜੀ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ। ਮਹਾਰਾਜ ਜੀ ਨੇ ਰੋਜ਼ ਦੀ ਮਾਇਆ ਦੇ ਦੇਣੀ। ਸੁਥਰੇ ਨੇ ਲੈ ਕੇ
ਨਾਲੇ ਆਪ ਛਕ ਲੈਣੀ ਜਾਂ ਛਕਾ ਦੇਣੀ ਸੰਗਤਾਂ ਨੂੰ। ਇੱਕ ਦਿਨ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਰੋਜ਼-ਰੋਜ਼ ਹੀ ਮਾਇਆ ਲੈਂਦਾ ਚੰਗਾ ਨਹੀਂ ਲੱਗਦਾ, ਤੇ ਮਹੀਨੇ ਦੀ ਇਕੱਠੀ ਦੇ ਦਿਓ ਤੇ ਚੰਗਾ ਹੋਵੇ। ਮਹਾਰਾਜ ਜੀ ਨੇ ਖਜ਼ਾਨਚੀ ਨੂੰ ਕਿਹਾ, ਭਾਈ ਇਕੱਠੀ ਦੇ ਦਿਓ ਮਾਇਆ ਮਹੀਨੇ ਦੀ। ਮਾਇਆ ਲੈ ਕੇ ਮਹੀਨੇ ਦੀ ਸੁਥਰੇ ਸ਼ਾਹ ਨੇ ਲੰਗਰ ਲਾ ਦਿੱਤੇ। ਇੱਕੋ ਦਿਨ 'ਚ ਹੀ ਖਪਤ ਹੋ ਗਈ ਸਾਰੀ। ਅਗਲੇ ਦਿਨ ਫੇਰ ਆ ਗਏ, ਮਹਾਰਾਜ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਮਾਇਆ ਮਸਤਾਨੀ ਹੋ ਗਈ। ਮਹਾਰਾਜ ਜੀ ਕਹਿੰਦੇ ਮਹੀਨੇ ਦੀ ਇਕੱਠੀ ਲੈ ਗਿਆ ਸੀ। ਕਹਿੰਦਾ ਚਲੋ ਅਗਲੇ ਮਹੀਨੇ ਦੀ ਦੇ ਦਿਓ ਮਹਾਰਾਜ। ਹੁਣ ਸਤਿਗੁਰੂ ਦਿਆਲੂ ਹੱਸ ਕੇ ਕਹਿੰਦੇ ਖਜ਼ਾਨਚੀ ਨੂੰ ਵੀ, ਚੱਲ ਸੁਥਰੇ ਨੂੰ ਅਗਲੇ ਮਹੀਨੇ ਦੀ ਵੀ ਦੇ ਦਿਓ ਮਾਇਆ ਭਾਈ। ਸੁਥਰੇ ਨੇ ਅਗਲੇ ਮਹੀਨੇ ਦੀ ਮਾਇਆ ਲਈ, ਉਹ ਵੀ ਜਾ ਕੇ ਲੰਗਰ ਪਾਣੀ ਬਣਾ ਕੇ ਵਰਤਾ ਦਿੱਤਾ। ਫੇਰ ਅਗਲੇ ਦਿਨ ਆ ਗਏ, ਮਹਾਰਾਜ ਇਹ ਮਹੀਨੇ ਵਾਲਾ ਵੀ ਰੋਜ਼ ਦੀ ਸਮੱਸਿਆ ਹੀ ਹੈ, ਸਾਲ ਦੀ ਇਕੱਠੀ ਦੇ ਦਿਓ ਤੇ ਚੰਗੀ ਹੈ। ਮਹਾਰਾਜ ਜੀ ਨੇ ਹੁਕਮ ਕੀਤਾ, ਸਾਲ ਦੀ ਇਕੱਠੀ ਦੇ ਦਿਓ ਮਾਇਆ। ਬੜਾ ਵੱਡਾ ਯੱਗ ਕਰ ਦਿੱਤਾ ਜਾ ਕੇ। ਸੁਥਰੇ ਸ਼ਾਹ ਨੇ ਸਾਲ ਦੀ ਮਾਇਆ ਮਿਲੀ ਸੀ, ਜਿਉਂ ਪੂੜੀਆਂ ਜਿਉਂ ਖੀਰਾਂ ਦੇ ਕਈ ਤਰ੍ਹਾਂ ਦੇ ਲੰਗਰ ਲਾ ਕੇ ਸੰਗਤਾਂ ਨੂੰ ਛਕਾ ਦਿੱਤੇ। ਅਗਲੇ ਦਿਨ ਫੇਰ ਆ ਗਏ। ਹੁਣ ਜਿਹੜੇ ਡਿਉੜੀ ਬਰਦਾਰ ਸੀ ਉਹਨਾਂ ਨੇ ਰੋਕ ਲਿਆ ਵੀ ਇਹ ਰੋਜ਼ ਹੀ, ਇਹ ਖਜ਼ਾਨਚੀ ਨੇ ਕਹਿ ਦਿੱਤਾ ਵੀ ਰੋਜ਼ ਆ ਜਾਂਦਾ ਹੈ, ਇਹਨੂੰ ਨਹੀਂ ਜਾਣ ਦੇਣਾ ਸਤਿਗੁਰਾਂ ਕੋਲ। ਉਹ ਆਖੇ ਵੀ ਮੈਂ ਅਗਲੇ ਸਾਲ ਦੀ ਲੈਣ ਆਇਆ ਮਾਇਆ, ਇੱਕ ਸਾਲ ਦੀ ਤਾਂ ਵਰਤ ਲਈ ਹੈ। ਕਹਿੰਦੇ ਇਹ ਥੋੜੀ ਆ ਵੀ ਤੂੰ ਰੋਜ਼ ਹੀ ਆ ਜਾਏ। ਸੁਥਰੇ ਸ਼ਾਹ ਬੜਾ ਪਰੇਸ਼ਾਨ ਹੋਇਆ। ਕਈ ਦਿਨ ਇੱਧਰ ਉੱਧਰ ਭਟਕਦਾ ਰਿਹਾ, ਸਤਿਗੁਰਾਂ ਦੇ ਕੋਲ ਦਰਸ਼ਨ ਕਰਨ ਨਾ ਜਾਣ ਦੇਣ, ਡਿਉੜੀ ਬਰਦਾਰ ਰੋਕ ਲਿਆ ਕਰਨ। ਵਾਵਾ ਮਹੀਨਾ 2 ਮਹੀਨੇ ਬੀਤ ਗਏ ਤੇ ਮਨ 'ਚ ਤੜਫ ਹੋਈ ਵੀ ਮੈਂ ਕਿਵੇਂ ਮਿਲਾਂ ਜਾ ਕੇ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਿਵੇਂ ਕਰਾਂ, ਦੀਦਾਰ ਕਿਵੇਂ ਕਰਾਂ, ਕੀ ਕਰਾਂ। ਫਿਰ ਜਾਇਆ ਕਰੇ ਡਿਉੜੀ ਤੋਂ ਹੀ ਮੋੜ ਦਿਆ ਕਰਨ। ਦੋ ਬੋਰੀਆਂ ਭਰ ਲਈਆਂ, ਇੱਕ ਦੇ ਵਿੱਚ ਠੀਕਰੀਆਂ ਪਾ ਲਈਆਂ ਟੁੱਟੇ ਮਿੱਟੀ ਦੇ ਭਾਂਡਿਆਂ ਦੀਆਂ, ਇੱਕ ਦੇ ਵਿੱਚ ਮੋਟੀ ਮਿੱਟੀ ਭਰ ਲਈ। ਲੈ ਕੇ 2 ਬੋਰੀਆਂ ਤੇ ਡਿਉੜੀ ਬਰਦਾਰਾਂ ਦੇ ਕੋਲ ਆਇਆ। ਕਹਿੰਦਾ ਅੱਜ ਤਾਂ ਜਾਣ ਦਿਓ, ਭੇਟਾ ਲੈ ਕੇ ਆਇਆ। ਉਹ ਕਹਿੰਦੇ ਕੀ ਲਿਆਇਆ? ਕਹਿੰਦੇ ਦੱਸ ਦਿਨਾ ਤੁਹਾਨੂੰ, ਇੱਕ ਦੇ ਵਿੱਚ ਸ਼ਰਫੀਆਂ ਨੇ ਸੋਨੇ ਦੀਆਂ ਤੇ ਇੱਕ ਦੇ ਵਿੱਚ ਸ਼ੱਕਰ ਹੈ ਬੋਰੀ 'ਚ। ਉਹਨਾਂ ਬਾਹਰੋਂ ਹੀ ਟੋਹ ਕੇ ਵੇਖੀ, ਖੋਲ ਕੇ ਨਹੀਂ ਵੇਖਿਆ। ਕਹਿੰਦੇ ਜਾ, ਗੁਰੂ ਸਾਹਿਬ ਬੜੇ ਖੁਸ਼ ਹੋਣਗੇ, ਤੇਰੇ ਕੋਲ ਅੱਗੇ ਰੋਜ਼ ਲੈਣ ਹੀ ਆਉਂਦਾ ਸੀ, ਅੱਜ ਭੇਟਾ ਕਰਨ ਆਇਆ। ਉਹ ਕਹਿੰਦੇ ਤੈਨੂੰ ਤਾਂ ਇਨਾਮ ਵੀ ਦੇਣਗੇ? ਕਹਿੰਦੇ ਹਾਂ ਦੇਣਗੇ, ਤੁਹਾਡੇ ਨਾਲ ਵਚਨ ਕਰਦਾ ਵੀ ਅੱਧਾ ਤੁਹਾਨੂੰ ਦਿਆਂਗਾ। ਆਮ ਡਿਉੜੀ ਤੋਂ ਲੰਘ ਕੇ ਅੱਗੇ ਖਾਸ ਡਿਉੜੀ ਵਾਲੇ ਉਹ ਵੀ ਖਲੋਤੇ। ਕਹਿੰਦੇ ਹਾਂ ਬਈ ਕਿੱਧਰ? ਕਹਿੰਦਾ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲਿਆ, ਭੇਟਾ ਦੇਣੀ ਹੈ, ਅਸ਼ਰਫੀਆਂ ਨੇ ਤੇ ਸ਼ੱਕਰ ਹੈ। ਵੀ ਜਿਹੜਾ ਸਤਿਗੁਰੂ ਜੀ ਮੈਨੂੰ ਇਨਾਮ ਦੇਣਗੇ ਨਾ, ਉਹਦੇ ਚੋਂ ਅੱਧਾ ਤੁਹਾਡਾ। ਜਾ ਕੇ ਸਤਵੇਂ ਪਾਤਸ਼ਾਹ ਦੇ ਕੋਲ 2 ਬੋਰੀਆਂ ਚਰਨਾਂ 'ਚ ਰੱਖੀਆਂ। ਮਹਾਰਾਜ ਜੀ ਨੂੰ ਮੱਥਾ ਬਾਅਦ 'ਚ ਟੇਕਣ ਲੱਗਾ, ਪਹਿਲਾਂ ਬੋਰੀਆਂ ਦੀ ਪਰਿਕਰਮਾ ਕਰਕੇ ਸੁਥਰਾ ਉਹਨਾਂ ਨੂੰ ਮੱਥਾ ਟੇਕ ਕੇ। ਮਹਾਰਾਜ ਜੀ ਕਹਿੰਦੇ ਸੁਥਰਿਆ ਕੀ ਕਰਦਾ? ਮਹਾਰਾਜ ਜੀ ਇਹਨਾਂ ਕਰਕੇ ਤੁਹਾਡੇ ਦਰਸ਼ਨ ਹੋਏ ਹੈ। ਕਿਉਂ ਮਿਲੀਏ ਹਰ ਜਾਏ ਐਸਾ, ਕੀ ਕਰਾਂ ਕਿ ਹਰੀ ਨੂੰ ਜਾ ਕੇ ਮਿਲੀਏ? ਆਹ ਕੁਝ ਕਰਕੇ ਆਇਆ ਤੁਹਾਡੇ ਦਰਸ਼ਨਾਂ ਨੂੰ। ਮਹਾਰਾਜ ਜੀ ਕਹਿੰਦੇ ਹੈ ਕੀ ਇਹਦੇ ਵਿੱਚ? ਕਹਿੰਦੇ ਲਿਆਇਆ ਤਾਂ ਮਹਾਰਾਜ ਜੀ ਮਿੱਟੀ ਤੇ ਠੀਕਰੀਆਂ ਹੀ ਨੇ, ਪਰ ਤੁਸੀਂ ਕਿਰਪਾ ਕਰ ਦਿਓ ਤੇ ਸੋਨਾ ਤੇ ਸ਼ੱਕਰ ਵੀ ਹੋ ਸਕਦਾ। ਖੋਲਿਆ ਤੇ ਵਾਕਈ ਅਸ਼ਰਫੀਆਂ ਤੇ ਸ਼ੱਕਰ ਦੀਆਂ ਬੋਰੀਆਂ। ਸਤਵੇਂ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ। ਮਹਾਰਾਜ ਜੀ ਨੇ ਬੜੀ ਦਇਆ ਕੀਤੀ, ਸੁਥਰੇ ਸ਼ਾਹ ਪਰਿਕਰਮਾ ਕਰੇ, ਨਾਲੇ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰੇ। ਵਾਰੇ ਵਾਰੇ ਜਾਵੇ ਸਤਿਗੁਰਾਂ ਦੇ ਦਰਸ਼ਨਾਂ ਤੋਂ। ਮਹਾਰਾਜ ਕਿੰਨੇ ਮਹੀਨੇ ਲੰਘ ਗਏ ਸੀ ਦਰਸ਼ਨਾਂ। ਮਹਾਰਾਜ ਜੀ ਕਹਿੰਦੇ ਬੜੇ ਖੁਸ਼ ਹਾਂ ਸੁਥਰਿਆ ਤੇਰੇ ਪ੍ਰੇਮ ਤੋਂ, ਦੱਸ ਕੀ ਦਈਏ ਤੈਨੂੰ?
ਕੋਈ ਇੱਛਾ ਹੈ ਮਹਾਰਾਜ ਕਿਰਪਾ ਕਰੋ, 100 ਜੁੱਤੀਆਂ ਮਾਰੋ ਮੈਨੂੰ। ਮਹਾਰਾਜ ਕਹਿੰਦੇ ਆ ਕੀ ਮੰਗਦਾ? ਮਹਾਰਾਜ ਬਸ ਕਿਰਪਾ ਕਰ ਦਿਓ, ਤੁਸੀਂ ਦੇਣਾ ਮੈਂ ਲੈਣਾ। ਤੁਸੀਂ ਕਿਹਾ ਮੰਗ ਕੀ ਚਾਹੀਦਾ? ਮੈਨੂੰ 100 ਜੁੱਤੀਆਂ ਚਾਹੀਦੀਆਂ, ਮਾਰੋ ਸਿਰ 'ਚ। ਪਾਤਸ਼ਾਹ ਕਹਿੰਦੇ ਬਈ ਹੁਣ ਅਸੀਂ ਵੀ ਬਚਨ ਕਰ ਬੈਠੇ ਆ, ਸੇਵਾਦਾਰ ਲਾਗੇ ਸਿੰਘ ਸੰਗਤ ਖੜੀ ਹੈ। ਉਹ ਕਹਿੰਦੇ ਜੁੱਤੀ ਲੈ ਕੇ ਆਓ ਭਾਈ। ਮਾਰਨ ਲੱਗੇ, ਕਹਿੰਦੇ ਠਹਿਰੋ ਮਹਾਰਾਜ, ਮੈਂ ਬਾਹਰ ਬਚਨ ਕਰਕੇ ਆਇਆ ਵੀ ਗੁਰੂ ਸਾਹਿਬ ਕੋਲੋਂ ਜਿਹੜਾ ਇਨਾਮ ਮਿਲੇਗਾ ਅੱਧਾ ਅੱਧਾ ਦੇਣਾ। ਖਾਸ ਡਿਉੜੀ ਵਾਲੇ ਤੇ ਆਮ ਡਿਉੜੀ ਵਾਲੇ ਦੋਵੇਂ ਹੀ ਸੱਦ ਲਏ। ਉਹ ਬੜੇ ਖੁਸ਼ ਵੀ ਸੁਥਰੇ ਨੂੰ ਇਨਾਮ ਮਿਲਿਆ, ਸਾਨੂੰ ਹਿੱਸਾ ਮਿਲਣਾ ਵਿੱਚੋਂ। ਕਹਿਣ ਲੱਗੇ ਮਹਾਰਾਜ 50 ਖਾਸ ਡਿਉੜੀ ਵਾਲਿਆਂ ਦੇ ਸਿਰ ਤੇ ਮਾਰੋ ਤੇ 50 ਆਮ ਡਿਉੜੀ ਵਾਲਿਆਂ ਦੇ ਮਾਰੋ। ਅੱਧਾ ਅੱਧਾ ਇਨਾਮ ਦੇਣਾ ਸੀ ਨਾ ਦੋਵਾਂ ਨੂੰ ਉਹਨਾਂ ਦੇ 50-50 ਜੁੱਤੀਆਂ ਮਰਵਾ ਕੇ ਸੁਥਰੇ ਸ਼ਾਹ ਸੁਰਖਰੂ। ਇਹ ਕਿਉਂ ਜੁੱਤੀਆਂ ਮਰਵਾਈਆਂ ਡਿਉੜੀ ਬਰਦਾਰਾਂ ਦੇ? ਉਹਨਾਂ ਦਾ ਕੋਈ ਮਤਲਬ ਨਹੀਂ ਸੀ ਕਿ ਸਾਹਿਬ ਦੇ ਦਰਸ਼ਨਾਂ ਨੂੰ ਕੋਈ ਆਵੇ ਤੇ ਉਹਨੂੰ ਕੋਈ ਵਰਜੇ ਰੋਕੇ। ਉਹ ਗੁਰੂ ਤੇ ਉਹਦੇ ਸੇਵਕ ਦਾ ਮਾਮਲਾ। ਇਹਨਾਂ ਦਾ ਵਿੱਚ ਕੀ ਮਸਲਾ ਹੈ ਭਾਈ? ਗੁਰੂ ਨੂੰ ਮਾਇਆ ਦਿੰਦੇ, ਸਾਲ ਦੀ ਦੇਣ, ਜਨਮਾਂ ਜਨਮਾਂਤਰਾਂ ਵਾਸਤੇ ਦੇ ਦੇਣੇ, ਵਿੱਚ ਕੀ ਲੱਗਦੇ ਸੀ? ਉਹ ਹੱਕਦਾਰ ਸਨ ਉਹਨਾਂ ਜੁੱਤੀਆਂ ਦੇ ਜਿਹੜੇ ਸੁਥਰੇ ਨੂੰ ਰੋਕਦੇ ਸੀ, ਤਦੇ ਉਹਨਾਂ ਨੂੰ ਇਨਾਮ ਦਿਵਾਇਆ। ਪਰ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਵਿਧ ਬਣਾ ਲਈ। ਜਦੋਂ ਪ੍ਰੇਮ ਦਾ ਉਮਾ ਪੈਦਾ ਹੁੰਦਾ ਨਾ ਤੇ ਫਿਰ ਉਹ ਕਹਿੰਦੇ ਕਿਵੇਂ ਮਿਲੀਏ ਜਾ ਕੇ ਆਪਣੇ ਮਾਲਕ ਨੂੰ। ਕੋਈ ਇਹੋ ਜਿਹਾ ਤਰੀਕਾ ਹੋਵੇ, ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ। ਮੈਂ ਆਪਣੇ ਮਾਲਕ ਦੇ ਜਾ ਕੇ ਦਰਸ਼ਨ ਕਰਾਂ, ਕਿਵੇਂ ਜਾ ਕੇ ਆਪਣੇ ਹਰੀ ਨੂੰ ਮਿਲਾਂ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਤੇ ਤਨ ਵਿੱਚ ਮੇਰੇ ਮਾਲਕ ਦੇ ਦਰਸ਼ਨਾਂ ਦੀ ਘਣੀ ਪਿਆਸ ਹੈ, ਬਹੁਤੀ ਪਿਆਸ ਹੈ। ਕੋਈ ਆ ਕੇ ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ, ਕੋਈ ਆਣ ਮਿਲਾਵੇ ਮਾਏ। ਕੋਈ ਆ ਕੇ ਮੈਨੂੰ ਮੇਰੇ ਮਾਲਕ ਨਾਲ, ਮੇਰੇ ਸਾਹਿਬ ਨਾਲ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹ ਵੀ ਉਹਨਾਂ ਦੀ ਸਹਾਇਤਾ ਕਰਦੇ ਆ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਪ੍ਰੇਮ ਹੈ। ਜਿਨ੍ਹਾਂ ਅੰਦਰ ਪ੍ਰੇਮ ਨਹੀਂ, ਰੱਬ ਦੇ ਪਿਆਰੇ ਵੀ ਉਹਨਾਂ ਨੂੰ ਨਹੀਂ ਮਿਲਾ ਸਕਦੇ। ਜਿਨ੍ਹਾਂ ਅੰਦਰ ਪ੍ਰੇਮ ਹੈ, ਸੰਤ ਉਹਨਾਂ ਦੀ ਸਹਾਇਤਾ ਕਰਦੇ ਨੇ ਔਰ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਾਉਂਦੇ ਨੇ। ਐਸੇ ਰੱਬ ਦੇ ਪਿਆਰੇ ਸੰਤਾਂ ਦੇ ਮੈਂ ਚਰਨੀ ਲੱਗਦਾ ਹਾਂ। ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਬਿਨਾਂ ਪ੍ਰਭੂ ਤੋਂ ਕਿਵੇਂ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ? ਮੇਰੇ ਮਾਲਕ ਦੇ ਦਰ ਤੋਂ ਬਿਨਾਂ ਮੈਨੂੰ ਕੋਈ ਦੂਜੀ ਥਾਂ ਨਹੀਂ, ਮੇਰੇ ਲਈ ਕੋਈ ਦੂਜੀ ਜਗ੍ਹਾ ਨਹੀਂ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਿਆ ਹੈ ਉਹ ਤ੍ਰਿਪਤ ਹੋ ਜਾਂਦੇ ਹਨ, ਉਹ ਰੱਜ ਜਾਂਦੇ ਹਨ। ਆਪ ਤਿਆਗ ਬਿਨਤੀ ਕਰਹਿ, ਲੇਹੋ ਪ੍ਰਭੂ ਲੜ ਲਾਏ। ਉਹ ਆਪਣਾ ਆਪਾ ਤਿਆਗ ਕੇ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹਨ ਔਰ ਬੇਨਤੀ ਕਰਕੇ ਕਹਿੰਦੇ ਵਾਹਿਗੁਰੂ ਹੇ ਰੱਬ ਜੀ ਸਾਨੂੰ ਆਪਣੇ ਆਸਰੇ ਦੇ ਨਾਲ ਜੋੜ ਲਵੋ, ਸਾਨੂੰ ਆਪਣੇ ਚਰਨਾਂ ਨਾਲ ਲਾ ਲਵੋ। ਜੋ ਹਰ ਕੰਤ ਮਿਲਾਈਆ, ਸੇ ਵਿਛੁੜ ਕਤਹਿ ਨਾ ਜਾਏ। ਜਿਨ੍ਹਾਂ ਨੂੰ ਹਰੀ ਵਾਹਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਹਨ ਉਹ ਫਿਰ ਕਦੇ ਪਰਮੇਸ਼ਰ ਤੋਂ ਵਿਛੜ ਕੇ ਜੰਮਣ ਮਰਨ ਦੇ ਚੱਕਰਾਂ 'ਚ ਨਹੀਂ ਪੈਂਦੇ। ਪ੍ਰਭ ਬਿਨ ਦੂਜਾ ਕੋ ਨਹੀਂ,
ਨਾਨਕ ਹਰ ਸਰਣ ਆਏ। ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਕੋਈ ਦੂਜੀ ਥਾਂ ਨਹੀਂ, ਇਸ ਕਰਕੇ ਇਹ ਹਰੀ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਰਾਏ। ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਉਹ ਸੁੱਖ ਨਾਲ ਵਸਦੇ ਆ ਇਸ ਮਹੀਨੇ ਚ ਅੱਸੂ ਦੇ, ਜਿਨ੍ਹਾਂ ਤੇ ਵਾਹਿਗੁਰੂ ਹਰੀ ਰਾਜੇ ਦੀ ਕਿਰਪਾ ਹੁੰਦੀ ਹੈ, ਪਰਮੇਸ਼ਰ ਦੀ ਦਇਆ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਅੱਸੂ ਦਾ ਇਹ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਭਲਾ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਇਹ ਅਰਜ਼ੋਈ ਅਰਦਾਸ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਹੈ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ। ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।